Audio Jungle. Audio Jungle. नूर हक सम्मे इलाही को बुझा सकता है कौन, जिसका हामी हो खुदा उसको मिटा सकता है कौन। जी हाँ, मैं हाँ राजवीर सिंह होरा, ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। इंदौर ਦੀ ਸਾਰੀਆਂ ਸੰਗਤਾਂ ਨੂੰ ਤੇੜੀ ਬਾਤ ਨਿਊਜ਼ ਪਰਿਵਾਰ, ਸੁਖਮਨੀ ਟਾਈਮਸ ਤੇ ਮੱਧ ਪ੍ਰਦੇਸ਼ ਸਿੱਖ ਜਰਨਲਿਸਟ ਕਲੱਬ ਵੱਲੋਂ ਲੱਖ ਲੱਖ ਵਧਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 554ਵਾਂ ਜਨਮ ਦਿਹਾੜਾ ਹੈ, ਜੋ ਇੰਦੌਰ ਦੀ ਸਮੂਹ ਸੰਗਤਾਂ ਬੜੇ ਹੀ ਪਿਆਰ ਸਰਦਾ ਸਤਕਾਰ ਦੇ ਨਾਲ ਮਨਾ ਰਹੀਆਂ ਹਨ। ਇਸ ਸਮੇਂ ਆਪਾਂ ਮੌਜੂਦ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਖਾਲਸਾ ਕਾਲਜ ਵਿਖੇ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਹਰਮਨ ਪਿਆਰੇ ਮਾਨਯੋਗ ਸਤਕਾਰਯੋਗ ਇੰਦੌਰ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਭਾਟੀਆ ਜੀ। ਭਾਟੀਆ ਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਜੀ ਦੱਸੋ, ਇਹ ਪ੍ਰਕਾਸ਼ ਪੁਰਬ ਦੇ ਦਿਹਾੜੇ 'ਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਤੁੰਜਕ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਸੀਗਾ, ਜਿਹੜਾ ਸਭ ਤੋਂ ਉੱਪਰ ਹੈ। ਨਾ ਹਿੰਦੂ, ਨਾ ਮੁਸਲਿਮ, ਨਾ ਸਿੱਖ, ਨਾ ਈਸਾਈ। ਮਾਨਵਤਾ ਦਾ ਸੰਦੇਸ਼ ਸਰਪ੍ਰਿਯ ਹੈ, ਜਿਹਨੂੰ ਸਮੁੱਚੀ ਸਿੱਖ ਸਾਧ ਸੰਗਤ ਮੰਨਦੀ ਹੈ। ਔਰ ਇਹ ਆਪ ਜੀ ਨੇ ਕੋਵਿਡ ਵਿੱਚ ਵੇਖਿਆ ਹੈ ਕਿ ਸਿੱਖਾਂ ਨੇ ਜਿਸ ਹਿਸਾਬ ਨਾਲ ਮਹਾਮਾਰੀ ਵਿੱਚ ਅੱਗੇ ਵਧ ਕਰ ਆਕਸੀਜਨ ਦਾ ਲੰਗਰ ਲਗਾਇਆ, ਲੰਗਰ ਦੀ ਸੇਵਾ ਕੀਤੀ। ਜਿਹੜੀ ਆਪਣੇ ਪਰਿਵਾਰ ਦੀ ਡੈੱਡ ਬੋਡੀ ਨਹੀਂ ਲੈਂਦੇ ਆਉਂਦੇ ਸੀ, ਉਹਨਾਂ ਦਾ ਸੰਸਕਾਰ ਕੀਤਾ। ਤੇ ਇਹ ਸਾਰੀ ਸੇਵਾ ਗੁਰੂ ਨਾਨਕ ਦੀ ਦਿੱਤੀ ਸੇਵਾ ਹੈ, ਜਿਹੜਾ ਸਿੱਖ ਕੌਮ ਵੱਧ ਚੜ੍ਹ ਕੇ ਅੱਗੇ ਕਰ ਰਿਹਾ ਹੈ। ਔਰ ਗੁਰੂ ਨਾਨਕ ਨਾਮ ਲੇਵਾ ਸੰਗਤ ਵੀ ਨਾਲ ਮੋਢਾ ਮਿਲਾ ਕੇ ਖੜੀ ਰਹਿੰਦੀ ਹੈ। ਇਸ ਪਾਵਨ ਪਰਬ 'ਤੇ ਮੈਂ ਹੀ ਸੰਦੇਸ਼ ਦੇਵਾਂਗਾ ਕਿ ਮਿਲ ਜੁਲ ਕੇ ਰਹੋ, ਇੱਕ ਦੂਜੇ ਦੀ ਬਾਂਹ ਫੜੋ, ਕਿਉਂਕਿ ਭਰਾਵਾਂ ਵਰਗੀਆਂ ਬਾਹਾਂ ਨਹੀਂ ਔਰ ਮਾਵਾਂ ਵਰਗੀਆਂ ਛਾਵਾਂ ਨਹੀਂ। ਆਪਣਾ ਇੱਕ ਦੂਸਰੇ ਦਾ ਸਤਿਕਾਰ ਕਰਿਓ। ਸਭ ਕੁਝ ਘਰ ਮੇ ਬਾਹਰ ਨਾ ਹੈ, ਬਾਹਰ ਟੋਲੇ ਜਨਮ ਗਵਾਏ। ਆਪਣੇ ਘਰ 'ਚ ਬਜ਼ੁਰਗਾਂ ਦਾ ਪਿਆਰ ਕਰੋ, ਬੱਚਿਆਂ ਨੂੰ ਪਿਆਰ ਕਰੋ ਔਰ ਇੱਕ ਦੂਜੇ ਦਾ ਸਤਿਕਾਰ ਕਰੋ ਔਰ ਇੱਕ ਦੂਜੇ ਦੀ ਬਾਂਹ ਫੜੋ। ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਬੜਾ ਸਰਦਾ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਪਰ ਦੇਖਣ 'ਚ ਇਹ ਆ ਰਿਹਾ, ਕੁਝ ਲੋਕ ਪ੍ਰਕਾਸ਼ ਪੁਰਬ ਤੇ ਵਿਘਨ ਪਾਉਣ ਦੀ ਭਰਪੂਰ ਕੋਸ਼ਿਸ਼ ਤੇ ਪ੍ਰਯਾਸ ਕੀਤਾ ਹੈ ਉਹਨਾਂ ਨੇ। ਜਿਸ ਪ੍ਰਕਾਰ ਤੁਹਾਨੂੰ ਵੀ ਪਤਾ ਹੈ, ਨਗਰ ਕੀਰਤਨ ਦੇ ਅੰਦਰ ਪਾਲਕੀ ਸਾਹਿਬ ਨੂੰ ਰੋਕ ਕੇ ਰਾਜਨੀਤੀ ਕੀਤੀ ਗਈ, ਸੰਗਤ ਨਾਲ ਝੂਠ ਬੋਲਿਆ ਗਿਆ, ਨਗਰ ਕੀਰਤਨ ਰੋਕ ਕੇ ਕੁਝ ਫਾਰਮ ਭਰਵਾਏ ਗਏ। ਕੱਲ ਗੁਰੂ ਅਮਰਦਾਸ ਹਾਲ ਵਿੱਚ ਵੀ ਕਾਰਜਕ੍ਰਮ ਕੀਤਾ ਗਿਆ ਸੀ, ਅਸੀਂ ਉੱਥੇ ਗਏ ਸੀ ਕਵਰੇਜ ਕਰਨੇ। ਸਾਡੇ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਕਿ ਮੀਡੀਆ ਸੱਚ ਦੀ ਆਵਾਜ਼ ਹੈ, ਮੀਡੀਆ ਸੱਚ ਨਾ ਵਿਖਾਵੇ, ਇਸ ਕਰਕੇ ਸਾਡੇ ਨਾਲ ਦੁਰਵਿਵਹਾਰ ਕੀਤਾ ਗਿਆ। ਉੱਥੇ ਆਪਾਂ ਨੇ ਦੇਖਿਆ ਕਿ ਕੁਝ ਗੈਰ ਸਿੱਖ ਸਹਿਜਧਾਰੀ ਵੀ ਸਨ, ਕੁਝ ਇਹੋ ਜਿਹੀ ਮਹਿਲਾਵਾਂ ਵੀ ਸਨ ਜੋ ਸਾੜੀਆਂ ਪਾਇਆ ਸੀ, ਇਦਲੇ ਸਮਾਜ ਦੇ ਸਨ। ਔਰ ਬੱਸਾਂ 'ਚੋਂ ਭਰ ਕੇ ਕੁਝ ਸੰਗਤ ਲਾਈ ਗਈ ਔਰ ਇੱਕ ਉੱਥੇ ਪ੍ਰਸਤਾਵ ਉਹਨਾਂ ਨੇ ਪਾਰਿਤ ਕੀਤਾ ਗਿਆ। ਚੁਣਾਵ ਅਧਿਕਾਰੀ ਜਿਨ੍ਹਾਂ ਦੇ ਉੱਤੇ ਦਾਇਿਤਵ ਹੁੰਦਾ ਹੈ ਕਿ ਨਿਸ਼ਪੱਖ ਚੁਣਾਵ ਕਰਵਾਉਣ ਦਾ, ਉਹ ਮੰਚ ਦੇ ਉੱਤੇ ਮੌਜੂਦ ਸਨ। ਔਰ ਉੱਤੇ ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਗੁਰੂ ਸਿੰਘ ਸਭਾ ਦੇ ਦੁਆਰਾ ਜੋ ਚੁਣਾਵ ਦੀ ਡੇਟਾਂ ਡਿਕਲੇਅਰ ਕੀਤੀ ਗਈ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦੁਆਰਾ ਐਡਾਪਟ ਕਮੇਟੀ ਦੀ ਮੰਗ ਕਰਨੇ ਆ। ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਹੈਗਾ, ਜਦੋਂ ਇਹ ਮੁੱਦਾ ਅਕਾਲ ਤਖਤ ਸਾਹਿਬ ਤੇ ਗਿਆ ਸੀਗਾ ਚੁਣਾਵ ਦਾ, ਤੇ ਉਹਨਾਂ ਨੇ 24 ਸਤੰਬਰ ਇੱਕ ਡੇਟ ਡਿਕਲੇਅਰ ਕੀਤੀ ਸੀ ਕਿ 24 ਸਤੰਬਰ ਨੂੰ ਚੋਣਾਂ ਹੋਣਗੀਆਂ। ਪਰ ਕ੍ਰਿਕਟ ਮੈਚ ਦੇ ਕਰਕੇ ਚੋਣਾਂ ਨਹੀਂ ਹੋਈਆਂ ਔਰ ਉਹਦੇ ਬਾਅਦ ਅਡਾਕ ਕਮੇਟੀ ਦੀ ਮੰਗ ਇਹਨਾਂ ਨੇ ਕੀਤੀ। ਔਰ ਅਡਾਕ ਉਹਨਾਂ ਦਾ ਕੱਲ ਵੀ ਇਹ ਕਹਿਣਾ ਸੀ ਕਿ ਚੁਣਾਵ ਸਰਦਾਰ ਜਗਜੀਤ ਸਿੰਘ ਟੁਟੇਜਾ ਨੇ ਰੋਕਿਆ ਹੈ, ਉਹ ਕੋਰਟ ਗਏ ਸਨ, ਇਸ ਕਰਕੇ ਚੁਣਾਵ ਰੁਕਿਆ ਹੈ। ਇਹ ਉਹਨਾਂ ਨੇ ਕੱਲ ਵੀ ਸਾਰੀ ਸੰਗਤ ਦੇ ਸਾਹਮਣੇ ਬੋਲਿਆ ਹੈ, ਬੜੇ ਮੰਚ ਤੇ ਬੋਲਿਆ ਹੈ, ਔਨ ਰਿਕਾਰਡ ਬੋਲਿਆ ਹੈ, ਕੈਮਰੇ ਦੇ ਉੱਤੇ ਕਿਹਾ ਉਹਨਾਂ ਨੇ ਕਿ ਹਾਈ ਕੋਰਟ ਗਏ ਨੇ, ਇਸ ਕਰਕੇ ਚੁਣਾਵ ਰੁਕਿਆ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਗੁਰੂ ਹਾਜ਼ਰ ਨਾਜ਼ਰ ਨੇ, ਉਹਨਾਂ ਨੇ ਬਸ ਇੱਕ ਮੁੱਦਾ ਸੰਗਤ ਦਾ ਜਿਹੜਾ ਰੱਖਿਆ ਸੀਗਾ ਕਿ ਬਈ ਚੁਣਾਵ ਅਧਿਕਾਰੀ ਜਿਹੜੇ ਨਿਯੁਕਤ ਸੀਗੇ, ਉਹਨਾਂ ਨੂੰ ਇਹ ਬੋਲਿਆ ਕਿ ਬਈ ਇਹ ਜਿਹੜੇ ਨਵੇਂ 12,000 ਮੈਂਬਰ ਬਣੇ ਨੇ ਔਰ ਪੁਰਾਣੇ ਜਿਹੜੇ 12,000 ਮੈਂਬਰ ਨੇ, ਇਹ ਦੋਨਾਂ ਦੀ ਲਿਸਟ ਕਲੱਬ ਹੋਏਗੀ। ਇਹ ਜਦੋਂ ਅਕਾਲ ਤਖਤ ਸਾਹਿਬ ਤੋਂ ਕਮੇਟੀ ਆਈ ਸੀ, ਕਮੇਟੀ ਲਿਖ ਕੇ ਦੇ ਗਈ ਸੀ ਕਿ ਹਾਂਜੀ ਪੁਰਾਣੀ ਲਿਸਟ ਵੀ ਮਾन्य ਹੋਏਗੀ। ਔਰ ਇਹ ਦੋਨਾਂ ਦਾ ਮਰਜਰ ਕਰਨ ਦੇ ਬਾਅਦ, ਕਿਉਂਕਿ 11 ਸਾਲ ਬਾਅਦ ਚੋਣਾਂ ਹੋ ਰਹੀਆਂ ਨੇ, ਕਿ ਕੋਈ ਅਕਾਲ ਪੁਰਖ ਨੂੰ ਪਿਆਰੇ ਹੋ ਗਏ, ਕੁਝ ਬੱਚੇ ਸੀ ਉਹ ਵੱਡੇ ਹੋ ਗਏ, तो इस तरह एक अपना नया पूरी लिस्ट तैयार हो जाएगी। दोनों लिस्टां नूं मिला के एक लिस्ट तैयार कर लांगे। लेकिन
ਚੁਣਾਵ ਅਧਿਕਾਰੀ ਨੇ ਪੁਰਾਣੀ ਲਿਸਟ ਨੂੰ ਖਾਰਿਜ ਕਰ ਦਿੱਤਾ ਔਰ 4 ਦਿਨ ਦਾ ਸਮੇਂ ਦੇ ਕੇ ਕਿਹਾ ਕਿ ਤੁਸੀਂ ਨਵੇਂ ਮੈਂਬਰ ਬਣੋ ਔਰ ਇਸ ਚੀਜ਼ ਨੂੰ ਖਾਰਿਜ ਕਰਤਾ। ਉਹਨਾਂ ਨੇ ਸਿਰਫ ਇੱਕ ਦਾ ਨੋਟਿਸ ਦਿੱਤਾ ਕਿ ਇੰਨਾ ਜਿਹਾ ਇੱਕ ਆਦੇਸ਼ ਸੀ, ਉਹਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਦੇ ਅਧਿਅਕਸ਼ ਹੋਣ ਦੇ ਨਾਤੇ ਮੈਂ ਅਕਾਲ ਤਖਤ ਸਾਹਿਬ ਬਾਬਾ ਰਜਿੰਦਰ ਜੀ ਔਰ ਜਗਜੀਤ ਸਿੰਘ ਟੂਟੇਜਾ ਨੂੰ ਚਿੱਠੀ ਲਿਖੀ ਕਿ ਅਸੀਂ ਨਿਆਲੇ ਨਹੀਂ ਜਾਣਾ, ਕੋਈ ਵੀ ਕਾਰਵਾਈ ਨਹੀਂ ਕਰਨੀ ਔਰ ਉਹਨਾਂ ਨੂੰ ਲਿਖਿਆ ਕਿ ਤੁਸੀਂ ਪੁਰਾਣੀ ਲਿਸਟ ਨੂੰ ਮਾਨਯ ਕਰ ਦਿਓ। ਇੰਨੀ ਜੀ ਗੱਲ ਹੈ ਔਰ ਉਹ ਵੀ ਸੰਗਤ ਦੀ ਆਵਾਜ਼ ਹੈ। ਕੋਈ ਉਹਨਾਂ ਨੇ ਚੁਣਾਵ ਨਹੀਂ ਟਾਲੇ। ਚੁਣਾਵ ਦੇ 24 ਸਤੰਬਰ ਨੂੰ ਮੈਚ ਹੋਣ ਕਰਕੇ ਸ਼ਾਸਨ ਪ੍ਰਸ਼ਾਸਨ ਤੋਂ ਬਲ ਨਹੀਂ ਮਿਲਿਆ। ਇਹ ਬਖੂਬੀ ਸਾਰੇ ਜਾਣਦੇ ਨੇ ਕਿ ਇਸ ਤਰ੍ਹਾਂ ਦੀ ਘਟਨਾ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਬਲ ਨਹੀਂ ਮਿਲਿਆ। ਜੇ ਬਲ ਮਿਲ ਜਾਂਦਾ ਪ੍ਰਸ਼ਾਸਨ ਦੀ ਤਰਫੋਂ ਤੇ ਚੁਣਾਵ ਹੋ ਜਾਂਦੇ। 24 ਸਤੰਬਰ ਦੇ ਬਾਅਦ ਕੋਈ ਵੀ ਡੇਟ ਅੱਗੇ ਅਕਾਲ ਤਖਤ ਸਾਹਿਬ ਨੇ ਨਿਰਧਾਰਿਤ ਨਹੀਂ ਕੀਤੀ। ਉਹਨਾਂ ਨੇ ਅਡਾਕ ਕਮੇਟੀ ਦੀ ਮੰਗ ਕੀਤੀ। ਅਡਾਕ ਕਮੇਟੀ ਵਾਸਤੇ ਉਹਨਾਂ ਨੇ ਕਿਹਾ ਬਈ ਇਹ ਵਿੱਤੀ ਪ੍ਰਬੰਧ ਔਰ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਜਿਹੜੇ ਨੁਮਾਇੰਦੇ ਨਿਯੁਕਤ ਕਰਾਂਗੇ ਉਹਨਾਂ ਨੂੰ ਦੇਣਾ ਪਏਗਾ। ਮੈਂ ਕਿਹਾ ਨਹੀਂ, ਅਸੀਂ ਸੰਗਤ ਦੁਆਰਾ ਚੁਣੇ ਹੋਏ ਹਾਂ, ਕੋਈ ਥਾਪੇ ਹੋਏ ਨਹੀਂ ਹਾਂ। ਅਸੀਂ ਸੰਗਤ ਨਾਲ ਰਾਏ ਕਰਾਂਗੇ। ਅਸੀਂ ਸੰਗਤ ਨਾਲ ਰਾਏ ਕੀਤੀ। ਸੰਗਤ ਦਾ ਇੱਕੋ ਮਸ਼ਵਰਾ ਸੀ ਕਿ ਬਈ ਤੁਸੀਂ ਚੁਣਾਵ ਦੀ ਡੇਟ ਡਿਕਲੇਅਰ ਕਰ ਦਿਓ। ਅਸੀਂ 11 ਫਰਵਰੀ ਚੁਣਾਵ ਦੀ ਡੇਟ ਡਿਕਲੇਅਰ ਕਰਤੀ ਕਿਉਂਕਿ ਹੁਣੇ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਹੈ। ਇਹਦੇ ਬਾਅਦ ਬੱਚਿਆਂ ਦੇ ਸ਼ਹੀਦੀ ਦਿਹਾੜੇ ਹਨ। ਉਹਦੇ ਬਾਅਦ ਜਨਵਰੀ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪਰਵ ਹੈ। 17 ਤਰੀਕ ਤੋਂ ਬਾਅਦ 11 ਫਰਵਰੀ ਦੀ ਡੇਟ ਡਿਕਲੇਅਰ ਕੀਤੀ ਤਾਂ ਕਿ ਇੱਥੇ ਜਿਹੜੇ ਗੁਰੂ ਸਿੰਘ ਸਭਾ ਦੇ ਦਾਇਿਤਵ ਨੇ ਉਹ ਵੀ ਪੂਰੇ ਹੋ ਜਾਣ ਔਰ 11 ਫਰਵਰੀ ਤੱਕ ਜਿੰਨੇ ਵੀ ਕੈਂਪੇਨਿੰਗ ਕਰਨੀ ਹੈ, ਜਿੰਨੇ ਵੀ ਹਿੱਸਾ ਲੈਣਾ ਹੈ, ਉਹ ਆਪਣਾ ਪਾਰਟਿਸਿਪੇਟ ਕਰਨ, ਆਪਣੀ ਸੇਵਾਵਾਂ ਦੇਣ ਔਰ ਸੰਗਤ ਦੇ ਅੱਗੇ ਸੰਗਤੀ ਰੂਪ ਨਾਲ ਅੱਗੇ ਆਣ। ਲੇਕਿਨ ਬੜੀ ਹੀ ਮੰਦਭਾਗੀ ਘਟਨਾ ਹੈ ਕਿ ਬਈ ਇਹ ਖੁਸ਼ੀਆਂ ਦੇ ਮੌਕੇ ਤੇ ਕੱਲ ਇੱਕ ਮੀਟਿੰਗ ਸੱਦੀ ਗਈ ਔਰ ਨਗਰ ਕੀਰਤਨ ਦੇ ਅੰਦਰ ਜਿਹੜਾ ਸਟਾਲ ਲਗਾ ਕੇ ਸੰਗਤਾਂ ਤੋਂ ਸਾਈਨ ਕਰਾਏ ਗਏ। ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਕੱਲ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵੀ ਸਾਨੂੰ ਸੁਣਨ ਚ ਆਇਆ ਹੈ ਕਿ ਬਾਹਰਲੇ ਲੋਕ ਜ਼ਿਆਦਾ ਸੀਗੇ, ਸਮਾਜ ਦੇ ਲੋਕ ਵੀ ਸੀਗੇ, ਲੇਕਿਨ ਕਿਸੇ ਨੂੰ ਵੀ ਇਹ ਮੁੱਦਾ ਨਹੀਂ ਪਤਾ ਸੀ ਕਿ ਮੁੱਦਾ ਕੀ ਹੈ। ਜਿਹੜਾ ਵਾਰ-ਵਾਰ ਬੋਲ ਰਹੇ ਕਿ ਅਕਾਲ ਤਖਤ ਦੇ ਆਰਡਰ ਦੀ ਅਵੇਲਨਾ ਕੀਤੀ। ਅਸੀਂ ਕੋਈ ਅਵੇਲਨਾ ਨਹੀਂ ਕੀਤੀ ਕਿਉਂਕਿ ਕੋਈ ਡੇਟ ਹੀ ਡਿਕਲੇਅਰ ਨਹੀਂ ਹੋਈ ਹਲੇ ਤੱਕ। ਅਸੀਂ ਆਪ 11 ਫਰਵਰੀ ਦੀ ਡੇਟ ਡਿਕਲੇਅਰ ਕੀਤੀ ਔਰ 10 ਜਿਹੜੇ ਪਤਵੰਤੇ ਸੱਜਣ ਨੇ ਸਿੱਖ ਸਮਾਜ ਦੇ ਉਹਨਾਂ ਨੂੰ ਲੈ ਕਰਕੇ ਇੱਕ ਕਮੇਟੀ ਬਣਾਤੀ ਕਿ ਨਿਸ਼ਪਕਸ਼ ਚੁਣਾਵ ਹੋਣ। ਤੁਸੀਂ 10 ਬੰਦਿਆਂ ਦੀ ਜਾਣਕਾਰੀ ਪ੍ਰਾਪਤ ਕਰ ਲਓ। ਸਾਰੇ ਰਿਨਾਊਂਡ ਹੈਗੇ, ਕੋਈ ਡਾਕਟਰ ਹੈਗੇ, ਐਜੂਕੇਸ਼ਨ ਨਾਲ ਜੁੜੇ ਹੈਗੇ, ਵੱਡੀ ਵੱਡੀ ਸੰਸਥਾ ਚਲਾ ਰਹੇ ਹਨ, ਸਾਰੇ ਇੰਦੌਰ ਦੇ ਪਤਵੰਤੇ ਸੱਜੇ ਹਨ ਤਾਂ ਕਿ ਇੱਕ ਅੱਛਾ ਫੇਅਰ ਚੁਣਾਵ ਹੋ ਸਕੇ ਔਰ ਸੰਗਤ ਅੱਛੇ ਤਰੀਕੇ ਨਾਲ ਉਹਦੇ ਵਿੱਚ ਪਾਰਟਿਸਿਪੇਟ ਕਰੇ ਔਰ ਇਸ ਲਈ ਅਸੀਂ ਉਹ ਕਮੇਟੀ ਬਣਾਈ ਹੈ। ਤੁਸੀਂ ਇਸ ਸਮੇਂ ਗੁਰੂ ਦੀ ਹਜ਼ੂਰੀ 'ਚੋਂ ਖੜੇ ਹੋ, ਗੁਰੂ ਨਾਨਕ ਦੇ ਗੋਦ 'ਚੋਂ ਬੈਠੇ ਹੋ। ਤੁਸੀਂ ਇਹ ਕਹਿ ਰਹੇ ਹੋ ਕਿ ਉਹ ਲੋਕ ਸੰਗਤ ਨੂੰ ਝੂਠ ਬੋਲ ਰਹੇ ਨੇ, ਗੁੰਮਰਾਹ ਕਰ ਰਹੇ ਨੇ। ਸੰਗਤ ਅਗਰ ਸਰਵੋਪਰੀ ਹੈ और संगत गुरु रूप है तो ये संगत के सामने झूठ बोलना भी गुनाह है या नहीं है? देखो इस तरह है, ये तो उन्होंने अपनी सोच है। बाकी मैं गुरु घर च जो भी बोल रहा खड़े होकर सच बोल रहा। मैं किसी ते क्यों नहीं एलीगेशन लगा सकता क्योंकि जिस पत्ते मैं बैठा हुआ मैं किसी की निंदा नहीं कर सकता। अज गुरु का घर है, गुरु का दर है, अज इन्ना पावन पर्व है। मैं कोई भी गल बोलांगा इस तरह का मैसेज कभी किसी ते नहीं बोलांगा ਜਿਹੜਾ ਕਿ ਕਿਸੇ ਨੂੰ ਸ਼ੋਭਾ ਨਾ ਦੇਵੇ। ਸਾਡਾ ਕੰਮ ਹੈ ਸਭ ਨੂੰ ਨਾਲ ਲੈ ਕੇ ਚੱਲਣਾ, ਸੰਗਤੀ ਰੂਪ ਤੇ ਆਪਣੇ ਨਾਲ ਕਰਨਾ, ਪਿਆਰ ਮੁਹੱਬਤ ਬਣਾਉਣਾ। ਸਾਡਾ ਇਹੀ ਕੰਮ ਹੈ। ਅਸੀਂ ਉਸ ਤੇ ਹੀ ਚੱਲਾਂਗੇ। ਉਹ ਜੋ ਵੀ ਬੋਲ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੇ ਆਰਡਰ ਦੀ ਕੋਈ ਅਵੇਲਨਾ ਨਹੀਂ ਹੈ। 24 ਸਤੰਬਰ ਦੇ ਬਾਅਦ ਅਗਰ ਉਹ ਦਿਖਾ ਦੇਣ ਕੋਈ ਵੀ ਆਰਡਰ ਆਇਆ ਹੋਏ ਕਿ ਡੇਟ ਡਿਕਲੇਅਰ ਹੋਏ। ਉਹਨਾਂ ਨੇ ਕਿਹਾ ਕਿ ਪ੍ਰਬੰਧ ਦੇ ਦਿਓ ਅਡਾਕ ਕਮੇਟੀ ਨੂੰ। ਅਸੀਂ ਪ੍ਰਬੰਧ ਨਹੀਂ ਦੇਵਾਂਗੇ ਅਡਾਕ ਕਮੇਟੀ ਨੂੰ ਕਿਉਂਕਿ ਸਾਨੂੰ ਪਤਾ ਹੈ ਔਰ ਪ੍ਰਤਾਪ ਨਗਰ ਅਡਾਕ ਕਮੇਟੀ ਬਣੀ ਹੈ, ਟਰਸਟ ਬਣ ਰਹੀ ਹੈ। ਬਹੁਤ ਸਾਰੇ ਗੁਰਦੁਆਰੇ ਸਾਹਿਬ ਵਿੱਚ ਕਮੇਟੀਆਂ ਬੈਠੀਆਂ ਹਨ। ਕਿੰਨੇ ਸਾਲ ਹੋ ਗਏ, ਕਿੰਨੇ ਰਹਿਤ ਮਰਿਆਦਾ ਦੇ ਧਨੀ ਨੇ, ਕੌਣ ਕੀ ਕਰ ਰਿਹਾ ਹੈਗਾ ਇਹ ਸੰਗਤ ਨੂੰ ਸਭ ਪਤਾ ਹੈਗਾ। ਇਸ ਲਈ ਸ਼੍ਰੀ ਗੁਰੂ ਸਿੰਘ ਸਭਾ 'ਚ ਉਹੀ ਬੰਦਾ ਕਾਬਿਜ ਹੋਏਗਾ ਜਿਹਨੂੰ ਸੰਗਤ ਆਪਣਾ ਮੈਂਡੇਟ ਦੇਗੀ, ਸੇਵਾ ਦੇਗੀ, ਗੁਰੂ ਘਰ ਦੀ ਸੇਵਾ ਬਖਸ਼ੇਗੀ। ਉਹੀ ਆਏਗਾ ਰਹਿਤ ਮਰਿਆਦਾ ਦਾ ਧਨੀ ਔਰ ਸੰਗਤ ਨਾਲ ਪ੍ਰੇਮ ਕਰਨ ਵਾਲਾ ਔਰ ਸੰਗਤ ਪ੍ਰਤੀ ਸ਼ਰਧਾ ਰੱਖਣ ਵਾਲਾ, ਗੁਰਦੁਆਰੇ ਦੇ ਅੰਦਰ ਸ਼ਰਧਾ ਰੱਖਣ ਵਾਲਾ। ਇਹ ਅਸੀਂ ਸੋਚੀਏ ਕਿ ਸਿਰਫ ਕਾਬਜ ਹੋ ਜਾਈਏ। ਇੱਕ ਉਹ ਮੈਂਟੈਲਿਟੀ ਜਿਹੜੀ ਦਿਖਾ ਰਹੇ ਨੇ ਉਹ ਚੀਜ਼ ਨੂੰ ਉਹਨਾਂ ਨੂੰ ਵੀ ਸੁਧਾਰਨਾ ਪਏਗਾ ਕਿਉਂਕਿ ਕੱਲ ਜਿਸ ਹਿਸਾਬ ਨਾਲ ਆਪ ਜੀ ਦੱਸ ਰਹੇ ਹੋ ਮੈਨੂੰ ਵੀ ਪਤਾ ਲੱਗਿਆ ਹੈ ਕਿ ਆਪ ਦੇ ਵਾਈਫ ਨਾਲ ਥੋੜਾ ਦੁਰਵਿਵਹਾਰ ਉੱਤੇ ਹੋਇਆ ਹੈ ਤੇ ਉਹ ਬੜਾ ਹੀ ਨਿੰਦਨੀ ਹੈ। ਮੈਂ ਸ਼੍ਰੀ ਗੁਰੂ ਸਿੰਘ ਸਭਾ ਦੇ ਅਧਿਅਕਸ਼ ਹੋਣ ਦੇ ਨਾਤੇ ਉਹਨਾਂ ਦੀ ਤਰਫੋਂ ਆਪ ਜੀ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਭਰਜਾਈ ਨਾਲ ਜੋ ਵੀ ਹੋਇਆ ਹੈ ਉਹ ਬਹੁਤ ਹੀ ਗਲਤ ਹੋਇਆ ਹੈਗਾ। ਕਿਉਂਕਿ ਅਸੀਂ ਮੰਨਦੇ ਹਾਂ ਕਿ ਪਰਮਾਤਮਾ ਦੇ ਬਾਅਦ ਔਰਤ ਦਾ ਸਰਵੋੱਚ ਸਥਾਨ ਹੈ, ਭਰਜਾਈ ਮਾਂ ਸਮਾਨ ਹੁੰਦੀ ਹੈ। ਇਸ ਤਰੀਕੇ ਦਾ ਵਿਵਹਾਰ ਬਿਲਕੁਲ ਨਹੀਂ ਕਰਨਾ ਚਾਹੀਦਾ ਸੀਗਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਚੁਣਾਵ ਨੂੰ ਨਹੀਂ ਮੰਨਦੇ, ਸਾਨੂੰ ਐਡਾਪਟ ਕਮੇਟੀ ਚਾਹੀਦੀ ਹੈ। ਪਰ ਐਡਾਪਟ ਕਮੇਟੀ ਕਿਉਂ ਚਾਹੀਦੀ ਹੈ ਇਹ ਸੰਗਤ ਤੋਂ ਜਰਾ ਦੱਸੋ ਤੁਸੀਂ ਕਿ ਗੁਰੂ ਸਿੰਘ ਸਭਾ ਜੋ ਸਾਡੀ ਸਰਵੋੱਚ ਸੰਸਥਾ ਹੈ
ਉਹਨਾਂ ਨੇ ਚੁਣਾਵ ਦੀ ਘੋਸ਼ਣਾ ਕਰ ਦਿੱਤੀ ਹੈ, ਚੁਣਾਵ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਇਹ ਭੱਜ ਭੱਜ ਕੇ 100 ਵਾਰੀ ਅਕਾਲ ਤਖਤ ਗਏ ਕਿ ਚੁਣਾਵ ਕਰਾ ਦਿਓ ਜੀ, ਚੁਣਾਵ ਕਰਾ ਦਿਓ ਜੀ। ਹੁਣ ਚੁਣਾਵ ਨਾਲ ਪਿੱਛੇ ਹਟਣ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਆਪਣੀ ਹਾਰ ਸੁਨਿਸ਼ਚਿਤ ਦਿਖ ਰਹੀ ਹੈ, ਜਾਂ ਡਰ ਕਰਕੇ ਕਦਮ ਉਠਾ ਰਹੇ ਨੇ, ਜਾਂ ਐਡਾਪਟ ਕਮੇਟੀ ਬਣਾਉਣ ਦਾ ਉਹ ਜੋ ਡਿਮਾਂਡ ਕਰ ਰਹੇ ਨੇ ਉਹਦਾ ਮਕਸਦ ਕੀ ਹੈ? ਗੁਰੂ ਘਰ ਦੇ ਅੰਦਰ ਕਬਜ਼ਾ ਕਰਨ ਦਾ ਮਕਸਦ ਹੈ ਜਾਂ ਕੀ ਮਕਸਦ ਹੈ? ਇਹ ਸੰਗਤ ਨੂੰ ਤੁਸੀਂ ਗੁਰੂ ਦੀ ਹਜ਼ੂਰੀ 'ਚ ਖਲੋਤੇ ਹੋਏ ਹੋ, ਬਿਲਕੁਲ ਸਪਸ਼ਟ ਦੱਸੋ। ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਟਾਈਮ ਜੋ ਧੜੇ ਐਕਟਿਵ ਹੈਗੇ, ਤੁਹਾਨੂੰ ਪਤਾ ਹੈ ਕਿ ਬਈ ਇੱਕ ਧੜਾ ਖਾਲਸਾ ਐਜੂਕੇਸ਼ਨ ਸੁਸਾਇਟੀ ਨਾਲ ਸੰਬੰਧਿਤ ਹੈਗਾ, ਇੱਕ ਧੜਾ ਜਿਹੜਾ ਗੁਰੂ ਸਿੰਘ ਸਭਾ ਨੂੰ ਚਾਹ ਰਿਹਾ ਹੈ ਕਿ ਗੁਰੂ ਸਿੰਘ ਸਭਾ ਤੇ ਕਾਬਿਜ਼ ਹੋਏ। ਅਸੀਂ ਜਿਹੜਾ ਧੜਾ ਸੇਵਾ ਕਰ ਰਿਹਾ ਹੈਗਾ, ਇਹ ਸੰਗਤ ਦੀ ਆਵਾਜ਼ ਹੈ। ਸੰਗਤ ਦੀ ਆਵਾਜ਼ ਸੰਗਤ ਨੂੰ ਪਛਾਣਨੀ ਪਏਗੀ ਕਿ ਬਈ ਸੰਗਤ ਨੂੰ ਕਿਹਨੂੰ ਮੈਂਡੇਟ ਦੇਣਾ ਹੈ। ਉਹਨਾਂ ਦਾ ਜਿਹੜਾ ਚਲਾਉਣ ਦਾ ਤਰੀਕਾ ਵਾਰ-ਵਾਰ ਅਕਾਲ ਤਖਤ ਸਾਹਿਬ ਤੇ ਉਹ ਹੈ ਕਿ ਅਡਾਕ ਕਮੇਟੀ ਬਣੇਗੀ। ਅਡਾਕ ਕਮੇਟੀ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਅਸੀਂ ਤੁਸੀਂ ਲਿਖ ਕੇ ਦੇ ਦਿਓ, ਅਸੀਂ 2 ਬੰਦੇ ਨਿਰਧਾਰਿਤ ਕਰਾਂਗੇ। ਮੈਂ ਕਿਹਾ ਨਹੀਂ, 2 ਬੰਦੇ ਨਹੀਂ ਹੋਣਗੇ। ਮੈਂ ਸੰਗਤ ਦੁਆਰਾ ਚੁਣਿਆ ਹੋਇਆ ਹੈਗਾ, ਕੋਈ ਥਾਪਿਆ ਹੋਇਆ ਨਹੀਂ ਹੈਗਾ, ਤੇ ਮੈਂ ਸੰਗਤ ਨਾਲ ਸਲਾਹ ਕਰਾਂਗਾ ਔਰ ਉਹਦੇ ਬਾਅਦ ਆਪ ਜੀ ਨੂੰ ਦੱਸਾਂਗਾ। ਸੰਗਤ ਨੇ ਮੈਨੂੰ ਜੋ ਆਦੇਸ਼ ਦਿੱਤਾ ਕਿ 11 ਫਰਵਰੀ ਚੋਣਾਂ ਹੋਣੀਆਂ ਚਾਹੀਦੀਆਂ, ਸਾਰਿਆਂ ਦਾ ਮਕਸਦ ਚੋਣਾਂ ਕਰਾਉਣਾ ਹੈ ਤੇ ਚੋਣਾਂ ਦੀ ਡੇਟ ਡਿਕਲੇਅਰ ਹੋ ਗਈ ਹੈ। ਅਡਾਕ ਕਮੇਟੀ ਬਣਾਉਣਾ ਕੋਈ ਮੁੱਦਾ ਨਹੀਂ ਹੈ। ਅਡਾਕ ਕਮੇਟੀ ਬਣਾ ਕੇ ਅਸੀਂ ਸਾਡੇ ਗੋਲਕ ਦੀ ਚਾਬੀ ਗੁਰਦੁਆਰੇ ਦਾ ਪ੍ਰਬੰਧ ਕਿਸੇ ਦੇ ਵੀ ਹੱਥ ਦੇ ਦਈਏ, ਉਹ ਚੀਜ਼ ਨਹੀਂ ਹੈ। ਕਿਉਂਕਿ ਸੰਗਤ ਨੇ ਚੁਣਾਵ ਕਰਕੇ ਚੁਣ ਕੇ ਜਿਹੜੀ ਕਮੇਟੀ ਬੈਠੀ ਹੈ, ਜਦ ਤੱਕ ਉਹ ਹੈ ਉਹੀ ਆਪਣੇ ਕੋਲ ਪ੍ਰਬੰਧ ਰੱਖੇਗੀ। ਉਹਦੇ ਬਾਅਦ ਜਿਹੜੀ ਅਗਲਾ ਚੋਣਾਂ ਦੇ ਬਾਅਦ ਜਿਹੜੀ ਕਮੇਟੀ ਆਏਗੀ, ਜੋ ਵੀ ਜਿੱਤ ਕੇ ਆਏਗਾ ਗੁਰੂ ਘਰ ਦੀ ਚਾਬੀ ਉਹ ਲਏਗਾ। ਨਹੀਂ ਤਾਂ ਚੁਣਾਵ ਨਾਲ ਭੱਜ ਕਿਉਂ ਰਹੇ ਨੇ ਉਹ? ਹੁਣ ਇਹ ਤੇ ਉਹ ਦੱਸਣਗੇ, ਮੈਂ ਕਿਵੇਂ ਦੱਸ ਸਕਦਾ ਹਾਂ। ਉਹਨੇ ਤਾਂ ਚੁਣਾਵ ਕਰ ਰਹੇ ਸਨ ਨਾ, 100 ਵਾਰੀ ਗਏ ਕਿ ਚੁਣਾਵ ਕਰਾ ਦਿਓ ਜੀ, ਮੁੱਖ ਮੰਤਰੀ ਕੋਲ ਗਏ ਚੁਣਾਵ ਕਰਾ ਦਿਓ ਜੀ, ਕਲੈਕਟਰ ਕੋਲ ਗਏ ਚੁਣਾਵ ਕਰਾ ਦਿਓ ਜੀ। ਤਾਂ ਹੁਣ ਚੁਣਾਵ ਨਾਲ ਨਸ ਕਿਉਂ ਰਹੇ ਨੇ? ਕਿ ਉਹਨਾਂ ਨੂੰ ਆਪਣੀ ਹਾਰ ਸੁਨਿਸ਼ਚਿਤ ਦਿਖ ਰਹੀ ਹੈ? ਦੇਖੋ ਇਹ ਮੈਂ ਕੁਛ ਨਹੀਂ ਕਹਿ ਸਕਦਾ, ਇਹ ਗੁਰੂ ਘਰ ਦੀ ਸੇਵਾ ਹੈ। ਜਿਹਨੂੰ ਸੰਗਤ ਦੇਗੀ, ਗੁਰੂ ਦੀ ਨਜ਼ਰ ਹੋਏਗੀ, ਉਹਨੂੰ ਹੀ ਮਿਲੇਗੀ। ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿ ਅਕਾਲ ਤਖਤ ਦੇ ਆਦੇਸ਼ ਦੀ ਅਵੇਲਨਾ, ਕੋਈ ਅਵੇਲਨਾ ਨਹੀਂ ਹੈ। ਕੋਈ 24 ਸਤੰਬਰ ਦੇ ਬਾਅਦ ਉਹਨਾਂ ਨੇ ਕੋਈ ਆਦੇਸ਼ ਨਹੀਂ ਦਿੱਤਾ। ਇਹ ਟੋਟਲ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ। ਮੈਂ 10 ਬੰਦਿਆਂ ਦੀ ਕਮੇਟੀ ਬਣਾਈ ਹੈ, ਜਿਹਦੇ 'ਚ ਪਤਵੰਤੇ ਸੱਜਣ ਨੇ, ਡਾਕਟਰ RS ਮਾਖੀਜਾ ਜੀ ਨੇ, ਬਲਬੀਰ ਸਿੰਘ ਜੀ ਵਾਸੂ ਨੇ, ਸਰਦਾਰ ਚਰਨਜੀਤ ਸਿੰਘ ਜੀ आहूजा जी ने, ਐਡਵੋਕੇਟ RPS ਨਈਅਰ ਸਾਹਿਬ ਨੇ, ਡਾਕਟਰ MS ਗੁਜਰਾਲ ਸਾਹਿਬ ਨੇ, ਉਹਦੇ ਅੰਦਰ ਮਨਿੰਦਰ ਸਿੰਘ ਚੰਡੋਕ ਨੇ। ਸਾਰੇ ਪਤਵੰਤੇ ਪੜ੍ਹੇ ਲਿਖੇ ਸੱਜਣ, 4 ਬੰਦੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਨਿਯੁਕਤ ਸੀਗੇ ਉਹ ਹੈਗੇ ਨੇ। ਟੋਟਲ 10 ਬੰਦੇ ਨੇ, ਤਾਂ ਕਿ ਸੰਗਤ ਦਾ ਇੱਕ ਫੇਅਰ ਚੁਣਾਵ ਹੋਏ ਔਰ ਇੱਕ ਫੇਅਰ ਕਮੇਟੀ ਜਿਹੜੀ ਸੰਗਤ ਦੀ ਹੈ ਉਹ ਗੁਰੂ ਘਰ ਦੀ ਸੇਵਾ ਲਵੇ। ਉਹਨਾਂ ਨੂੰ ਆਪ ਜੀ ਦੇ ਦੁਆਰਾ ਨਿਯੁਕਤ ਕੀਤੇ ਗਏ ਚੁਣਾਵ ਅਧਿਕਾਰੀਆਂ ਦੇ ਉੱਤੇ ਕੋਈ ਭਰੋਸਾ ਹੀ ਨਹੀਂ ਹੈ। ਦੇਖੋ ਇਸ ਤਰ੍ਹਾਂ ਹੈ, ਭਰੋਸਾ ਕਿਉਂ ਨਹੀਂ ਹੈ? ਹੁਣ ਇਹ ਵੀ ਇੰਦੌਰ ਦੇ ਨੇ, ਉਹ ਵੀ ਇੰਦੌਰ ਦੇ ਨੇ, ਸਾਰੇ ਇੱਕ ਦੂਜੇ ਨੂੰ ਸਾਂਝ ਕਰਦੇ ਨੇ, ਤੇ ਭਰੋਸਾ ਤੇ ਕਰਨਾ ਪਏਗਾ ਨਾ। ਜੇ ਉਹਨਾਂ ਨੂੰ ਉੱਥੇ ਭਰੋਸਾ ਨਹੀਂ ਹੈ, ਇੱਥੇ ਭਰੋਸਾ ਨਹੀਂ ਹੈ, ਤੇ ਇੰਦੌਰ ਦੀ ਸੰਗਤ ਜਿਹੜੀ ਹੈ, ਫਿਰ ਸੰਗਤ ਤੇ ਕੀ ਭਰੋਸਾ ਹੈ ਉਹਨਾਂ ਨੂੰ? ਜੇ ਉਹਨਾਂ ਨੂੰ ਭਰੋਸਾ ਹੀ ਨਹੀਂ ਹੈ, ਗੁਰੂ ਦੇ ਦਰ ਤੇ ਭਰੋਸਾ ਨਹੀਂ ਹੈ, ਸੰਗਤ ਤੇ ਭਰੋਸਾ ਨਹੀਂ ਹੈ। ਖੁਸ਼ੀਆਂ ਦੇ ਦਿਹਾੜੇ ਚੱਲ ਰਹੇ ਨੇ, ਖੁਸ਼ੀਆਂ ਵੀ ਤੁਸੀਂ ਇਸ ਤਰ੍ਹਾਂ ਦਾ ਵਿਘਨ ਦੀ ਗੱਲ ਕਰ ਰਹੇ ਹੋ, ਜਿਹੜੀ ਕਿ ਬਹੁਤ ਹੀ ਮਾੜੀ ਗੱਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਵਿਰੋਧੀ ਨੇ, ਮੈਂ ਕਹਿ ਰਿਹਾ ਤੁਸੀਂ ਸੰਗਤ ਦੀ ਸੇਵਾ ਕਰੋ ਨਾ। ਤੁਹਾਡੇ ਸਾਹਮਣੇ ਕੱਲ ਕਿੰਨੀ ਬਰਸਾਤ ਆਈ ਹੈ, ਅੱਜ ਅਰੇਂਜਮੈਂਟ ਪੂਰੇ ਸਾਰੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਮਨਾ ਰਹੇ ਹਾਂ, ਖੁਸ਼ੀਆਂ ਦਾ ਦਿਹਾੜਾ, ਸੰਗਤ ਆਈ ਹੈ, ਸਵੇਰੇ ਦੇ ਕਿੰਨੇ ਇੰਤਜ਼ਾਮ ਦੇਖਣੇ ਕਰਨੇ। ਕਿਸੇ ਕੋਈ ਆਣਾ ਚਾਹੀਦਾ ਨਾ ਕਿ ਕਿਸਨੇ ਮਨਾ ਕੀਤਾ ਹੈ? ਸੇਵਾ ਹੀ ਕਰਨੀ ਹੈ ਨਾ। ਸਿਰਫ ਉਹਨਾਂ ਦਾ ਇੱਕ ਉਦੇਸ਼ ਹੈ ਕਿ ਬਈ ਮੈਨੂੰ ਹਟਾਣਾ ਹੈ। ਉਹਨਾਂ ਨੇ ਇੱਕ ਦਹਿ ਬਣਾ ਲਿਆ ਸਾਰੇ ਬੰਦਿਆਂ ਨੇ ਕਿ ਬਸ ਹਟਾਓ, ਪ੍ਰਧਾਨ ਨੂੰ ਹਟਾਓ, ਪ੍ਰਧਾਨ ਨੂੰ ਹਟਾਓ। ਔਰ ਪ੍ਰਧਾਨ ਨੂੰ ਇੰਨਾ ਪਿਆਰ ਪਰਿਵਾਰ ਹੋ ਗਿਆ ਮੇਰਾ ਐਡਾ ਵੱਡਾ, ਜੋ ਪਰਿਵਾਰ ਦਾ ਆਦੇਸ਼ ਹੋਏਗਾ ਉਹ ਮੈਂ ਮੰਨਾਂਗਾ। ਸੰਗਤ ਮੇਰਾ ਪਰਿਵਾਰ ਹੈ, ਜੋ ਆਦੇਸ਼ ਕਰੇਗੀ ਉਹ ਮੈਂ ਮੰਨਾਂਗਾ। ਨਹੀਂ, ਐਡਾਪਟ ਕਮੇਟੀ ਦੀ ਮੰਗ ਦਾ ਮਤਲਬ ਇਹ ਹੈ ਨਾ ਕਿ ਉਹ ਚੁਣਾਵ ਨਾਲ ਡਰ ਰਹੇ ਨੇ, ਉਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ। ਦੇਖੋ ਹੁਣ ਉਸ ਚੀਜ਼ ਨੂੰ ਮੈਂ ਕਿਸ ਤਰ੍ਹਾਂ ਕਹਿ ਸਕਦਾ, ਗੱਲ ਨਹੀਂ ਸਮਝ ਰਹੇ ਕਿ ਮੈਂ ਬੋਲਦਾ ਹਾਂਜੀ, ਉਹ ਪੋਸੀਬਲ ਹੀ ਨਹੀਂ ਹੈ ਨਾ। ਜੋ ਸੰਗਤ ਦਾ ਆਦੇਸ਼ ਹੋਏਗਾ ਮੰਨਾਂਗੇ। ਉਹ ਮੈਨੂੰ ਕ੍ਰਿਟੀਸਾਈਜ਼ ਕਰਦੇ ਨੇ ਅਕਾਲ ਤਖਤ ਜਾ ਕੇ, ਮੇਰੇ ਬਾਰੇ ਬਹੁਤ ਕੁਝ ਭ੍ਰਮਿਤ ਗੱਲਾਂ ਕਰਦੇ ਨੇ ਕਿ ਇਸ ਤਰ੍ਹਾਂ ਨੇ, ਇਹਨਾਂ ਦੇ ਬਹੁਤ ਸਾਰੇ ਨਿਆਇਕ ਮਾਮਲੇ ਹੋ ਗਏ ਨੇ। ਤੇ ਭਈਆ ਅਗਰ ਅਸੀਂ ਆਪਣੇ ਆਪ ਨੂੰ ਜਿੰਦਾ ਰੱਖਣਾ ਹੈ, ਆਪਣੀ ਮਰਿਆਦਾ ਨੂੰ ਜਿੰਦਾ ਰੱਖਣਾ ਹੈ, ਆਪਣੀ ਕੌਮ ਨੂੰ ਜਿੰਦਾ ਰੱਖਣਾ ਹੈ, ਤੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਜਿਹੜੀ ਸਾਨੂੰ ਨਹੀਂ ਚੰਗੀ ਲੱਗੇਗੀ ਤੇ ਸਾਨੂੰ ਕੁਛ ਨਾ ਕੁਛ ਤੇ ਕਦਮ ਚੁੱਕਣੇ ਪੈਣਗੇ ਨਾ। ਅਸੀਂ ਕੋਈ ਮਿਨੋਰਟੀ 'ਚ ਰਹਿ ਰਹੇ ਹਾਂ ਇੱਧਰ, ਆਪਣੇ ਆਪ ਨੂੰ ਅਗਰ ਸਾਡੇ ਪਰਿਵਾਰ ਦੇ ਬੱਚੇ ਨੇ ਕੋਈ ਗੱਲਬਾਤ ਹੋ ਜਾਏ ਤੇ ਉਹਨਾਂ ਨੂੰ ਸੰਭਾਲੇਗਾ ਕੌਣ? ਸ਼੍ਰੀ ਗੁਰੂ ਸਿੰਘ ਸਭਾ ਦਾ ਤੇ ਫਰਜ਼ ਹੈ ਕਿ ਸਾਰੇ ਬੱਚਿਆਂ ਨੂੰ ਸੰਭਾਲ ਕਰਨੀ, ਦੇਖ ਰੇਖ ਕਰਨੀ। ਕੋਈ ਗਲਤੀ ਹੋ ਜਾਏ, ਕੋਈ ਝਗੜਾ ਹੋ ਜਾਏ, ਕੋਈ ਗੱਲ ਹੋ ਜਾਏ ਤੇ ਨਾਲ ਤੇ ਖੜੇ ਹੀ ਹੋਣਾ ਪਏਗਾ ਨਾ। ਸਿੰਘ ਸਭਾ ਦਾ ਕੰਮ ਕੀ ਹੈ
ਇੱਕ ਪਰਿਵਾਰ ਆਕਨ ਇੱਕ ਗਾਰਜੀਅਨ ਬਣ ਕੇ ਪੂਰੇ ਸੰਗਤ ਦੀ ਸੇਵਾ ਕਰਨਾ, ਨਾਲੇ ਜੇਕਰ ਕੋਈ ਪਰਿਵਾਰ ਦੇ ਅੰਦਰ ਦੁੱਖ ਸੁੱਖ ਆਉਂਦੇ ਨੇ ਨਾਲ ਖੜੇ ਹੋਣਾ। ਕੋਈ ਕਾਬਜ ਹੋਣਾ ਸੰਦੇਸ਼ ਥੋੜੀ ਹੈ ਕਿ ਅਸੀਂ ਕਾਬਜ ਹੋ ਕਰਕੇ ਕੋਈ ਵੀ ਪਾਰਟੀ ਦੇ ਅੰਦਰ ਜਾ ਕਰਕੇ ਦਸੀਏ ਕਿ ਸਾਰੀ ਸਿੰਘ ਸਭਾ ਸਾਡੀ ਹੈ। ਸਿੰਘ ਸਭਾ ਦੀ ਸੇਵਾ ਕਰਨਾ, ਸੰਗਤ ਦਾ ਸਾਥ ਦੇਣਾ, ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣਾ, ਸਮਾਜ ਨੂੰ ਅੱਛੀ ਦਸ਼ਾ ਦਿਸ਼ਾ ਦੇਣਾ, ਇਹੀ ਉਦੇਸ਼ ਹੈ ਸਿੰਘ ਸਭਾ ਦਾ। ਬਸ ਉਹਦਾ ਪਾਲਣ ਹੋਣਾ ਚਾਹੀਦਾ ਹੈ। ਔਰ ਸੰਗਤ ਜਿਹਨੂੰ ਵੀ ਆਦੇਸ਼ ਦੇਗੀ, ਜਿੱਤੇਗਾ, ਜਿੰਨੇ ਕਰਮਾਂ 'ਚ ਗੁਰੂ ਨੇ ਭਾਗਾਂ 'ਚ ਸੇਵਾ ਲਿਖੀ ਹੋਏਗੀ ਉਹ ਸੇਵਾ ਕਰੇਗਾ। ਇਹ ਜੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜਾਂ ਨਗਰ ਕੀਰਤਨ ਕੱਢਿਆ ਗਿਆ ਸੀ ਜਾਂ ਹੋਰ ਵੀ ਜੋ ਸੇਵਾਵਾਂ ਦਾ ਕਾਰਜ ਹੋ ਰਿਹਾ ਨੇ, ਉਹ ਪੈਨਲ ਜਿੰਨੂੰ ਸੇਵਾ ਚਾਹੀਦੀ ਹੈ, ਕੁਰਸੀ ਚਾਹੀਦੀ ਹੈ, ਮੇਰਾ ਕਹਿਣ ਦਾ ਸਪਸ਼ਟ ਮਤਲਬ ਹੈ, ਉਹ ਇਸ ਸੇਵਾ ਕਰਨ ਚੋਂ ਕहीं ਦਿਖਦੇ ਨੇ ਕੀ? ਉਹ ਦਿਖਾਈ ਦਿੰਦੇ ਨੇ ਕੀ? ਦੇਖੋ ਸੇਵਾ ਬਹੁਤ ਸਾਰੀ ਸੰਗਤ ਕਰ ਰਹੀ ਹੈ। ਨਹੀਂ, ਸੰਗਤ ਦੀ ਗੱਲ ਨਹੀਂ ਕਰ ਰਿਹਾ। ਜੋ ਪ੍ਰਧਾਨ ਪਦ ਦੇ ਉਮੀਦਵਾਰ ਹਨ, ਜੋ ਚੁਣਾਵ ਲੜਨਾ ਚਾਹੁੰਦੇ ਨੇ, ਉਹ ਲੋਕ ਜਾਂ ਉਹਨਾਂ ਦੀ ਟੀਮ ਵੱਲੋਂ ਕੋਈ ਸੇਵਾ ਦਿਖਦੀ ਹੈ ਕੀ? ਦੇਖੋ ਇਸ ਤਰ੍ਹਾਂ ਹੈ, ਸਾਰੇ ਆਪਣੀ ਆਪਣੀ ਸੇਵਾਵਾਂ ਦੇ ਰਹੇ ਨੇ, ਸੰਗਤ ਦੀ ਸੇਵਾ ਦੇ ਰਹੇ ਨੇ। ਅੱਜ ਖੁਸ਼ੀਆਂ ਦਾ ਦਿਨ ਹੈ, ਸਾਰੇ ਮਿਲ ਕੇ ਮਨਾਈਏ। ਸਾਰੀ ਐਡੀ ਵੱਡਾ ਤੁਹਾਡੇ ਸਾਹਮਣੇ ਸੰਗਤ ਹੈ, ਐਡਾ ਵੱਡਾ ਪਾਣੀ ਵਰਸਿਆ ਹੈ, ਸਾਰੇ ਸੇਵਾ ਦੇ ਰਹੇ ਨੇ। ਹੁਣ ਕੌਣ ਕਿਹਨੂੰ ਪਿਆਰ ਕਰਦਾ ਹੈ, ਕੌਣ ਕਿਹਦੀ ਪੈਨਲ ਹੈ, ਉਹਦਾ ਪਤਾ ਨਹੀਂ ਹੈ ਨਾ। ਸਾਰੇ ਆਪਣੀ ਜਗ੍ਹਾ ਸੇਵਾਵਾਂ ਦੇ ਰਹੇ ਨੇ। ਗੁਰੂ ਘਰ ਦੀ ਸੇਵਾ ਚਲਦੀਆਂ ਰਹਿਣੀਆਂ ਨੇ। ਸਭਾ ਨੇ ਇੱਥੇ ਹੀ ਰਹਿਣਾ ਹੈ, ਕਮੇਟੀਆਂ ਨੇ ਆਂਦੇ ਜਾਂਦੇ ਰਹਿਣਾ ਹੈ। ਜੋ ਗੁਰੂ ਘਰ ਦੀ ਸੇਵਾ ਕਰੇਗਾ ਉਹਨੂੰ ਗੁਰੂ ਬਖਸ਼ਿਸ਼ ਕਰੇਗਾ। ਸਾਰੀ ਸੰਗਤ ਸੇਵਾ ਕਰ ਰਹੀ ਹੈ, ਚਾਹੇ ਕਿਸੇ ਪੈਨਲ ਨਾਲ ਸੰਬੰਧਿਤ ਹੈ ਨਹੀਂ ਹੈ। ਇੰਦੌਰ ਦੀ ਸਾਧ ਸੰਗਤ ਬਹੁਤ ਅੱਛੀ ਹੈ, ਸਾਰੇ ਆਪਣੀ ਜਵਾਬਦਾਰੀ ਸਮਝ ਕੇ ਸੇਵਾ ਕਰ ਰਹੇ ਹਨ। ਹੁਣ ਕੌਣ ਕਿਹੜੀ ਪੈਨਲ ਤੋਂ ਜੁੜਿਆ ਕੀ ਹੈ ਮੈਨੂੰ ਪਤਾ ਨਹੀਂ। ਦੇਖੋ ਮੈਂ ਕਿਸੇ ਨੂੰ ਐਲੀਗੇਟ ਨਹੀਂ ਕਰਾਂਗਾ। ਪਾਵਨ ਦਿਹਾੜਾ ਹੈ, ਮੇਰੇ ਵਾਸਤੇ ਸਭ ਬਰਾਬਰ ਨੇ। ਸੰਗਤ ਹੈ, ਜਿਸ ਪੱਤੇ ਮੈਂ ਬੈਠਾ ਉਹਦਾ ਸਤਿਕਾਰ ਹੈ ਔਰ ਸੰਗਤ ਦਾ ਸਤਿਕਾਰ ਹੈ। ਪੁਰਨਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।